ਅਸੀਂ ਇਹ ਫੈਸਲਾ ਹੀ ਕੀਤਾ ਕਿ ਇਸ ਅੰਦੋਲਨ ਦੇ ਵਿੱਚ ਕੋਈ ਪੱਤਰਕਾਰ ਹੋਵੇ, ਕੋਈ ਕਿਸਾਨ ਹੋਵੇ, ਕੋਈ ਮਜ਼ਦੂਰ ਹੋਵੇ, ਕੋਈ ਮੁਲਾਜ਼ਮ ਹੋਵੇ, ਜਿਹੜਾ ਵੀ ਅੰਦਰ ਜਾਊਗਾ ਉਹਦੀ ਅਸੀਂ ਪੂਰੀ ਪੈਰਵਾਈ ਕਰਾਂਗੇ। ਅਸੀਂ ਵਕੀਲਾਂ ਨਾਲ ਗੱਲ ਕਰ ਲਈ, ਲੀਗਲ ਕਮੇਟੀ ਬਣਾ ਲਈ ਹੈ। ਫਿਕਰ ਨਾ ਕਰੋ, ਅਸੀਂ ਡਟ ਕੇ ਤੁਹਾਡੇ ਨਾਲ ਖੜਾਂਗੇ। ਦੇਖੋ, ਜਿਹੜੀ ਪ੍ਰਪੋਜ਼ਲ ਲੈ ਕੇ ਆਇਆ ਸੀਗਾ ਉਹਦੇ ਤੋਮਰ ਖੇਤੀਬਾੜੀ ਮੰਤਰੀ, ਉਹ ਅਸੀਂ ਠੁਕਰਾ ਦਿੱਤੀ ਸੀ। ਇਸ ਕਰਕੇ ਠੁਕਰਾਈ ਸੀ ਕਿ ਜਿਵੇਂ ਕਿਸੇ ਬੰਦੇ ਨੂੰ ਫਾਂਸੀ ਲੱਗ ਜਾਂਦੀ ਹੈ ਨਾ, ਤਾਂ ਕੁਝ ਅਪੀਲਾਂ ਪੈ ਜਾਂਦੀਆਂ, ਪਟੀਸ਼ਨਾਂ ਪੈ ਜਾਂਦੀਆਂ, ਉਹ ਪਿੱਛੇ ਪੈ ਜਾਂਦੀ ਹੈ। ਸਾਲ ਪੈ ਗਈ, 2 ਸਾਲ ਪੈ ਗਈ। ਉਹਦਾ ਮਤਲਬ ਇਹ ਹੁੰਦਾ ਹੈ ਕਿ ਫਾਂਸੀ ਤੇ ਤਾਂ ਜ਼ਰੂਰ ਲਟਕਾਵਾਂਗੇ, ਪਰ 2 ਸਾਲਾਂ ਨੂੰ ਲਟਕਾ ਦਿਆਂਗੇ। ਉਸੇ ਦਿਨ ਤੋਮਰ ਜੀ ਨੇ ਇਹ ਵੀ ਗੱਲ ਕਹੀ ਸੀ ਕਿ ਅੱਜ ਤੋਂ ਬਾਅਦ ਤੁਹਾਡੇ ਨਾਲ ਮੀਟਿੰਗ ਨਹੀਂ ਹੋਊਗੀ। ਜੇ ਤੁਹਾਨੂੰ ਲੋੜ ਹੋਈ ਤਾਂ ਮੈਨੂੰ ਬੁਲਾ ਲਿਓ, ਮੈਂ 26 ਜਨਵਰੀ ਵੀ ਛੱਡ ਕੇ ਆ ਜਾਊਂਗਾ। ਤੁਸੀਂ ਆਪਣੀ 26 ਜਨਵਰੀ ਮਨਾਓ, ਅਸੀਂ ਆਪ ਦੀ ਮਨਾਵਾਂਗੇ। ਉਹਨੇ ਸਾਨੂੰ ਹਿੰਟ ਦਿੱਤਾ ਸੀ ਕਿ ਅਸੀਂ ਆਹ ਕਰਤੂਤਾਂ ਕਰਵਾਵਾਂਗੇ। ਦੇਖੋ, ਪੰਧੇਰ ਨੇ ਤਾਂ ਇਹ ਐਲਾਨ ਕੀਤਾ ਸੀ ਕਿ ਅਸੀਂ ਲਾਲ ਕਿਲੇ ਤੇ ਝੰਡਾ ਚੜਾਵਾਂਗੇ, ਅਸੀਂ ਤਾਂ ਕਰਿਆ ਨਹੀਂ। ਜੇ ਅੱਜ ਪੰਧੇਰ ਇਹ ਐਲਾਨ ਕਰਦਾ ਕਿ ਅਸੀਂ ਬੈਰੀਗੇਟ ਪੁੱਟਾਂਗੇ ਤਾਂ ਪੰਧੇਰ ਜ਼ਿੰਮੇਵਾਰ, ਅਸੀਂ ਥੋੜ੍ਹਾ ਜ਼ਿੰਮੇਵਾਰ ਹਾਂ। ਸਵਾਲ ਉਹਨੂੰ ਕਰੋ ਜਾ ਕੇ। ਦੇਖੋ, ਲੋਕਾਂ ਦਾ ਸਾਥ ਦੇਵਾਂਗੇ ਅਸੀਂ। ਨੁਮਾਇੰਦੇ ਗਲਤ ਹੋ ਸਕਦੇ ਆ, ਦੀਪ ਸਿੱਧੂ ਦੇ ਨਾਲ ਵੀ ਨੌਜਵਾਨ ਬਹੁਤ ਹੋ ਸਕਦੇ ਆ, ਉਹ ਵੀ ਸਾਡੇ ਆ, ਸਾਡੇ ਬੱਚੇ ਆ। ਅਗਰ ਜੇ ਕੋਈ ਐਵੇਂ ਮਤਲਬ ਧੋਖਾ ਕਰ ਜਾਂਦਾ ਲੋਕਾਂ ਨਾਲ, ਉਹਨੂੰ ਨਹੀਂ ਨੇੜੇ ਲੱਗਣ ਦੇਣਾ। ਅਸੀਂ ਇਹ ਸਰਕਾਰ ਤੱਕ ਅੱਜ ਗੱਲ ਪਹੁੰਚਾ ਦਿੱਤੀ ਹੈ, ਕਿਸੇ ਢੰਗ ਨਾਲ ਪਹੁੰਚਾਈ ਹੈ ਕਿ ਜੇ ਤੁਸੀਂ ਇਉਂ ਹਮਲਾ ਕਰੋਗੇ ਤਾਂ ਅਸੀਂ ਇਹਨੂੰ ਬਰਦਾਸ਼ਤ ਨਹੀਂ ਕਰਾਂਗੇ। ਸਭ ਤੋਂ ਵੱਡੀ ਗੱਲ ਇਹ ਹੈ ਕਿ ਕੇਂਦਰ ਸਰਕਾਰ ਨੇ ਇੱਕ ਸਾਜ਼ਿਸ਼ ਦੇ ਤਹਿਤ ਜੋ 26 ਤਰੀਕ ਨੂੰ ਖੁਦ ਆਪ ਇਹ ਸਾਰਾ ਕਾਰਜਕ੍ਰਮ ਨੂੰ ਅੰਜਾਮ ਦਿੱਤਾ, ਔਰ ਉਹਦੀ ਮਨਸਾ ਸੀ ਕਿ ਇੱਥੇ ਇਹ ਕੇਵਲ ਇਸ ਸੰਘਰਸ਼ ਨੂੰ, ਜਿਵੇਂ ਕਿ ਸ਼ੁਰੂ ਤੋਂ ਲੈ ਕੇ ਉਹ ਕਹਿ ਰਹੇ ਸੀ ਕਿ ਇਹ ਸਿੱਖਾਂ ਦਾ ਹੈ, ਪੰਜਾਬ ਦਾ ਹੈ, ਤੇ ਇਸੇ ਚੀਜ਼ ਨੂੰ ਲੈ ਕੇ ਉਹਨਾਂ ਨੇ ਕਰਕੇ ਤੇ ਪੂਰੇ ਭਾਰਤ ਦੇ ਵਿੱਚ ਦੁਬਾਰਾ 1984 ਦਾ ਦੁਖਾਂਤ ਫੇਰ ਵਰਤਾਉਣ ਦੀ ਉਹਨਾਂ ਦੀ ਵਿਉਂਤਬੰਦੀ ਸੀ। ਪਰ ਬਹੁਤ ਖੁਸ਼ੀ ਦੀ ਗੱਲ ਹੈ ਕਿ ਨਸਰੀ ਟਕੇਤ ਜੀ ਅਤੇ ਹਰਿਆਣਾ, ਰਾਜਸਥਾਨ ਤੇ ਯੂਪੀ, ਇਹਨਾਂ ਸਾਰੇ ਹੀ ਇੱਥੋਂ ਦੇ ਰਹਿਣ ਵਾਲੇ ਲੋਕਾਂ ਨੇ, ਖਾਸ ਕਰਕੇ ਹਿੰਦੂ ਭਾਈਚਾਰੇ ਨੇ, ਉਹ ਚੀਜ਼ ਤੇ ਉਹਨਾਂ ਦੇ ਮੂੰਹ ਦੇ ਉੱਤੇ ਇੱਕ ਬਹੁਤ ਤਗੜਾ ਚਪੇੜ ਮਾਰੀ ਹੈ ਕਿ ਉਹਨਾਂ ਨੇ ਉਹਨਾਂ ਦੀ ਸਕੀਮ ਜਿਹੜੀ ਸੀ ਕਾਮਯਾਬ ਨਹੀਂ ਹੋਣ ਦਿੱਤੀ, ਜਿਹਦੇ ਨਾਲ ਹਿੰਦੂ ਤੇ ਸਿੱਖਾਂ ਦੇ ਜਿਹੜੇ ਝਗੜੇ ਕਰਾਉਣ ਦੀ ਉਹ ਕੋਸ਼ਿਸ਼ ਕਰ ਰਹੇ ਸੀ, ਉਹਦੇ 'ਚ ਉਹ ਕਾਮਯਾਬ ਨਹੀਂ ਹੋਈ। ਸਾਰੇ ਪੱਤਰਕਾਰ ਵੀਰਾਂ ਨੂੰ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਅੱਜ ਅਸੀਂ ਬੜੀ ਲੰਬੀ ਮੀਟਿੰਗ ਕਰਕੇ 32 ਕਿਸਾਨ ਜਥੇਬੰਦੀਆਂ ਨੇ ਅਸੀਂ ਇਸ ਨਤੀਜੇ ਤੇ ਪਹੁੰਚੇ ਹਾਂ। ਸਾਰੇ ਪੰਜਾਬ ਦੇ, ਭਾਰਤ ਦੇ ਲੋਕਾਂ ਨੂੰ ਅਸੀਂ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਇਹਨਾਂ ਥੋੜ੍ਹੇ ਸਮੇਂ ਦੇ ਵਿੱਚ ਇਹ ਜਿਹੜਾ ਸੈਟਬੈਕ ਪਹੁੰਚਿਆ ਉਹਦੀ ਭਰਪਾਈ ਕੀਤੀ ਆ। ਭਰਪਾਈ ਨਹੀਂ ਕੀਤੀ, ਸਾਰੇ ਭਾਰਤ ਭਰ ਵਿੱਚ ਕੱਲ੍ਹ ਵੀ ਪਰਸੋਂ ਵੀ ਲੋਕਾਂ ਨੇ ਆਪਣੇ ਆਪਣੇ ਤੌਰ ਤੇ ਪ੍ਰੋਟੈਸਟ ਵੀ ਕੀਤੇ ਆ। ਪਿੰਡਾਂ ਦੇ ਵਿੱਚ ਸਾਡੇ ਕੋਲ ਖਬਰਾਂ ਆਈਆਂ, ਲੋਕਾਂ ਨੇ ਕਈਆਂ ਦੇ ਅੱਖਾਂ ਦੇ ਹੰਝੂ ਆਏ। ਇਸ ਕਰਕੇ ਲੋਕ ਬੜੇ ਗੁੱਸੇ ਦੇ ਨਾਲ ਇਸ ਵਾਰੀ ਸਗੋਂ ਪਹਿਲੇ ਨਾਲੋਂ ਵੀ ਜ਼ਿਆਦਾ ਲਾਮਬੰਦੀ ਕਰਕੇ ਉਹ ਇੱਧਰ ਨੂੰ ਹੀਰਾ ਧੱਕ ਕੇ ਆ ਰਿਹਾ। ਸਾਨੂੰ ਸਗੋਂ ਇਸ ਗੱਲ ਦਾ ਬੜਾ ਖਦਸ਼ਾ ਵਾ ਕਿ ਅਸੀਂ ਉਹਨਾਂ ਨੂੰ ਟਰਾਲੀਆਂ ਵਗੈਰਾ ਨੂੰ ਕਿਸ ਤਰ੍ਹਾਂ ਇੱਥੇ ਸਾਂਭ ਪਾਵਾਂਗੇ। ਉਹਦੇ ਲਈ ਅਸੀਂ ਕੋਈ ਟੀਮਾਂ ਗਠਿਤ ਕੀਤੀਆਂ ਨੇ, ਕੋਈ ਜਗ੍ਹਾ ਆਸੇ ਪਾਸੇ ਲੱਭ ਕੇ। ਸੋ ਇਹ ਮੋਰਚਾ ਪਹਿਲਾਂ ਨਾਲੋਂ ਵੀ ਬਹੁਤ ਵੱਡੀ ਚੜ੍ਹਦੀ ਕਲਾ 'ਚ ਹੋਊਗਾ। ਇਹ ਸਾਰੀ ਦੁਨੀਆ ਦੇ ਵਿੱਚ ਇੱਕ ਨਵਾਂ ਕੀਰਤੀਮਾਨ ਸਥਾਪਿਤ ਕਰੇਗਾ। ਪਿਛਲੇ ਸਾਰੇ ਮੋਰਚੇ ਜਿਹੜੇ ਆ ਅੰਗਰੇਜ਼ਾਂ ਦੇ ਸਮੇਤ, ਉਹਦੇ ਤੋਂ ਬਾਅਦ ਦੇ ਵੀ, ਉਹਨਾਂ ਦੇ ਵਿੱਚ ਕਿਸੇ ਵੀ ਮੋਰਚੇ ਨੂੰ ਜੇ ਕਿਤੇ ਸੈਟਬੈਕ ਪਹੁੰਚਿਆ, ਇੰਨੇ ਥੋੜ੍ਹੇ ਸਮੇਂ ਵਿੱਚ ਭਰਪਾਈ ਕਰਨੀ, ਅਸੀਂ ਸਮਝਦੇ ਹਾਂ ਵੀ ਸਾਡੇ ਪੰਜਾਬ ਭਰ ਦੇ, ਹਰਿਆਣੇ ਦੇ, ਭਾਰਤ ਭਰ ਦੇ ਲੋਕਾਂ ਦੀ ਬਹੁਤ ਵੱਡੀ ਇਹ ਬਹਾਦਰੀ ਆ। ਸੋ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਭਾਰਤ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ ਕਿ ਜਿਹੜੀ ਉਹਨੇ ਇਹ ਸਾਜ਼ਿਸ਼ ਘੜੀ ਸੀ, ਉਹਦੀਆਂ ਏਜੰਸੀਆਂ ਨੇ, ਉਹਨਾਂ ਸ਼ਰਾਰਤੀ ਅਨਸਰਾਂ ਨੇ ਲੈ ਕੇ ਉਹ ਸਾਰੀ ਦੁਨੀਆ, ਖਾਸ ਕਰਕੇ ਵਿਦੇਸ਼ਾਂ ਦੇ ਵਿੱਚ ਉਹਦੀ ਬਹੁਤ ਠੋਕ ਕੇ ਨਿੰਦਿਆ ਕੀਤੀ ਗਈ ਹੈ। ਸਾਨੂੰ ਸਗੋਂ ਅੱਗੇ ਨੂੰ ਪਹਿਲਾਂ ਨਾਲੋਂ ਵੀ ਜ਼ਿਆਦਾ ਲੋਕ ਜਿਹੜੇ ਆ ਸਮਰਥਨ ਦੇ ਰਹੇ ਆ। ਵਿਦੇਸ਼ਾਂ ਦੇ ਵਿੱਚੋਂ ਆ ਰਿਹਾ, ਟੈਲੀਫੋਨ ਆ ਰਿਹਾ, ਹੋਰ ਕਿਸੇ ਤਰੀਕੇ ਨਾਲ ਸਾਡੇ ਕੋਲ ਭੇਜ ਰਹੇ ਸੁਨੇਹੇ ਵੀ ਤਕੜੇ ਹੋ ਜਾਓ, ਅਸੀਂ ਤੁਹਾਡੇ ਨਾਲ ਹਾਂ। ਸੋ ਇਸ ਕਰਕੇ ਪਿਛਲੇ 2 ਦਿਨਾਂ ਦੇ ਵਿੱਚ ਜਿਹੜੀਆਂ ਮੰਦਭਾਗੀਆਂ ਘਟਨਾਵਾਂ ਹੋਈਆਂ,
ਉਹਦਾ ਸਾਥੀ ਬੂਟਾ ਸੋਹਣਾ ਨੂੰ ਦੱਸ ਦਿਆ ਮੈਂ ਦੋਹਰ ਨਹੀਂ ਪਾਉਣੀ ਚਾਹੁੰਦਾ, ਪਰ ਉਹਦੇ 'ਚ ਪੱਤਰਕਾਰਾਂ ਨੂੰ ਵੀ ਰੋਕਿਆ ਗਿਆ। ਕਈ ਕਿਸਮ ਦੀਆਂ ਇੱਥੇ ਰੁਕਾਵਟਾਂ ਪਾਈਆਂ ਗਈਆਂ। ਰਾਤੀ ਇੱਥੇ ਬਿਜਲੀ ਕੱਟਣ ਆ ਗਏ, ਸਾਡੇ ਸਾਥੀਆਂ ਨੇ ਤਕੜਾ ਹੋ ਕੇ ਬਿਜਲੀ ਆ ਗਈ। ਸੇਵਾਦਾਰ ਫਰੂਟ ਲੈ ਕੇ ਆ ਰਿਹਾ, ਪ੍ਰਸ਼ਾਦਾ ਲੈ ਕੇ ਆ ਰਿਹਾ, ਪਾਣੀ ਦਿੱਲੀ ਪੁਲਿਸ ਉਦੋਂ ਡਰਾ ਵੀ ਰਹੀ ਹੈ, ਸੰਗਤਾਂ ਨੂੰ ਬਿਲਕੁਲ ਨਹੀਂ ਡਰਾ ਰਹੀ। ਅੱਜ ਅਸੀਂ ਸਾਰਾ ਕੁਛ ਉਧਰ ਦੇਖ ਕੇ ਆਏ ਹਾਂ। ਇੱਥੋਂ ਦਾ ਉਹ ਤੁਸੀਂ ਜ਼ਰੂਰ ਬੋਲੇ, ਸਾਰਿਆਂ ਨੇ ਬੋਲਿਆ। ਇੱਕ ਅੱਜ ਅਸੀਂ ਅਖਬਾਰਾਂ ਦੇ ਵਿੱਚ ਸੁਰਖੀ ਪੜ੍ਹੀ ਕਿ 2 ਪੱਤਰਕਾਰ ਵੀ ਫੜ ਕੇ ਇਹਨਾਂ ਨੇ ਅੰਦਰ ਕਰ ਦਿੱਤੇ ਆ। ਇਹ ਅਸੀਂ ਸੰਯੁਕਤ ਮੋਰਚੇ ਵੱਲੋਂ ਨਿਖੇਧੀ ਕਰਦੇ ਹਾਂ ਕਿ ਜਿਹੜਾ ਇਲੈਕਟ੍ਰੋਨਿਕ ਮੀਡੀਆ ਜਾਂ ਪ੍ਰਿੰਟ ਮੀਡੀਆ ਇਹ ਸਹੀ ਖਬਰਾਂ ਛਾਪਦਾ ਹੈ, ਕੁਛ ਨੂੰ ਛੱਡ ਕੇ ਹਿੱਸੇ ਨੂੰ ਇਹਨੂੰ ਚੌਥਾ ਥੰਮ ਮੰਨਿਆ ਜਾਂਦਾ ਰਾਜ ਦਾ, ਤੇ ਇਹਨਾਂ ਉੱਪਰ ਜੇ ਅਜਿਹਾ ਜ਼ਬਰ ਕੀਤਾ ਜਾਂਦਾ ਉਹਦੀ ਅਸੀਂ ਪੁਰਜੋਰ ਨਿਖੇਧੀ ਕਰਦੇ ਹਾਂ ਤੇ ਨਾਲ ਅਪੀਲ ਕਰਦੇ ਹਾਂ ਕਿ ਸਾਰੇ ਮੀਡੀਆ ਨੂੰ ਇਕੱਠੇ ਹੋ ਕੇ ਤੁਹਾਨੂੰ ਵੀ ਢੁਕਵਾਂ ਜਵਾਬ ਹੈ ਜਿਹੜਾ ਦੇਣਾ ਚਾਹੀਦਾ। ਤੇ ਮੈਂ ਬੇਨਤੀ ਕਰੂੰਗਾ ਇਕੱਲੇ ਸਵਾਲ ਕਰ। ਬੂਟਾ ਸਿੰਘ ਬੁਰਜਗਿੱਲ ਜੀ, ਤੁਸੀਂ ਪੱਤਰਕਾਰਾਂ ਦੀ ਗੱਲ ਕੀਤੀ ਹੈ, ਉਹ 2 ਪੱਤਰਕਾਰ ਮਨਦੀਪ ਤੇ ਧਰਮੇਂਦਰ, ਉਹ ਦੋਵੇਂ ਲੋਕ ਪੱਖੀ ਪੱਤਰਕਾਰਤਾ ਕਰ ਰਹੇ ਸੀ ਔਰ 28 ਦੀ ਜਿਹੜੀ ਸਹੀ ਤਸਵੀਰ ਆ ਉਹ ਮਨਦੀਪ ਦੇ ਕੈਮਰੇ ਰਾਹੀਂ ਦਿਖਾਈ ਗਈ। ਉਹ ਤੇ ਤਸ਼ੱਦਦ ਵੀ ਹੋਇਆ ਮਨਦੀਪ ਤੇ, ਧਾਰਾਵਾਂ ਬੜੀਆਂ ਸਖਤ ਲੱਗੀਆਂ ਨੇ। ਨਿਖੇਧੀ ਤੁਸੀਂ ਜ਼ਰੂਰ ਕਰ ਰਹੇ ਹੋ ਸੰਯੁਕਤ ਕਿਸਾਨ ਮੋਰਚੇ ਵੱਲੋਂ, ਕੀ ਉਹ ਪੱਤਰਕਾਰਾਂ ਦੀ ਪੈਰਵਾਈ ਕੀਤੀ ਜਾਵੇਗੀ? ਔਰ ਦੂਸਰਾ ਸਵਾਲ, ਕਿਉਂਕਿ ਅਸੀਂ ਜਿਹੜੇ ਇੱਥੇ ਪੰਜਾਬ ਵਾਲੇ ਪੱਤਰਕਾਰ ਹਾਂ, ਅਸੀਂ ਪੰਜਾਬ ਤੋਂ ਤੁਹਾਡੇ ਨਾਲ ਚੱਲੇ ਸੀ 26 ਨਵੰਬਰ ਨੂੰ, ਉਦੋਂ ਪਹਿਲਾਂ ਟੋਲ ਪਲਾਜ਼ਿਆਂ ਤੇ ਵੀ ਤੁਹਾਡੇ ਕੋਲੇ ਆਉਂਦੇ ਰਹੇ ਹਾਂ, ਰੇਲ ਪਟੜੀਆਂ ਤੇ ਵੀ ਆਉਂਦੇ ਰਹੇ ਹਾਂ। ਜੇ ਕੱਲ ਨੂੰ ਸਾਡੇ ਤੇ ਕੋਈ ਇਦਾਂ ਦੀ ਕਾਰਵਾਈ ਹੁੰਦੀ ਹੈ, ਕਿਉਂਕਿ ਅਸੀਂ ਵੀ ਨੰਗੇ ਚੱਟੇ ਹੋ ਕੇ ਸੱਚ ਨਾਲ ਖੜੇ ਹਾਂ ਔਰ ਸੈਂਟਰ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਔਰ ਜੋ ਕੁਝ ਇੱਥੇ ਹੋ ਰਿਹਾ ਅਸੀਂ ਉਹ ਸੱਚ ਦਿਖਾ ਰਹੇ ਹਾਂ। ਜੇਕਰ ਕੱਲ ਨੂੰ ਸਾਡੇ ਤੇ ਕੋਈ ਕਾਰਵਾਈਆਂ ਹੁੰਦੀਆਂ, ਕੀ ਸੰਯੁਕਤ ਕਿਸਾਨ ਮੋਰਚਾ ਸਾਡੇ ਨਾਲ ਖੜੇਗਾ ਜਾਂ ਅਸੀਂ ਆਪਣੇ ਅਦਾਰਿਆਂ ਨੂੰ ਕਹਿ ਕੇ ਰੱਖੀਏ? ਪਹਿਲਾਂ ਦੇਖੋ, ਇੱਥੇ ਜਿਹੜੀਆਂ ਹਕੂਮਤਾਂ ਉਹ ਸੱਚ ਨੂੰ ਫਾਂਸੀ ਦਿੰਦੀਆਂ। ਸੱਚ ਕੋਈ ਵੀ ਬੋਲੂਗਾ ਉਹਦੇ ਲਈ ਫਾਂਸੀ ਦਾ ਰੱਸਾ ਜ਼ਰੂਰ ਹੋਊਗਾ। ਅਸੀਂ ਵੀ ਸੱਚ ਬੋਲ ਰਹੇ ਹਾਂ, ਤੁਸੀਂ ਵੀ ਸੱਚ ਬੋਲ ਰਹੇ ਹੋ। ਅਸੀਂ ਇਹ ਫੈਸਲਾ ਹੀ ਕੀਤਾ ਕਿ ਇਸ ਅੰਦੋਲਨ ਦੇ ਵਿੱਚ ਕੋਈ ਪੱਤਰਕਾਰ ਹੋਵੇ, ਕੋਈ ਕਿਸਾਨ ਹੋਵੇ, ਕੋਈ ਮਜ਼ਦੂਰ ਹੋਵੇ, ਕੋਈ ਮੁਲਾਜ਼ਮ ਹੋਵੇ, ਜਿਹੜਾ ਵੀ ਅੰਦਰ ਜਾਊਗਾ ਉਹਦੀ ਅਸੀਂ ਪੂਰੀ ਪੈਰਵਾਈ ਕਰਾਂਗੇ। ਅਸੀਂ ਵਕੀਲਾਂ ਨਾਲ ਗੱਲ ਕਰ ਲਈ, ਲੀਗਲ ਕਮੇਟੀ ਬਣਾ ਲਈ ਹੈ, ਫਿਕਰ ਨਾ ਕਰੋ, ਅਸੀਂ ਡਟ ਕੇ ਤੁਹਾਡੇ ਨਾਲ ਖੜਾਂਗੇ। ਦੂਸਰਾ ਸਵਾਲ ਲੈਣਾ ਜੀ, ਉਦੋਂ ਪਹਿਲਾਂ ਦੂਜੇ ਤੁਸੀਂ ਦੱਸਿਆ ਕਿ 163 ਦੇ ਕਰੀਬ ਮੁੰਡੇ ਜਿਹੜੇ ਤੁਸੀਂ ਪਛਾਣੇ ਆ ਤੇ 43 ਦੇ ਕਰੀਬ ਜਿਹੜੇ ਉਹ ਤਿਹਾੜ ਪਹੁੰਚ ਗਏ ਆ। ਅਸੀਂ ਵੀ, ਕਿਉਂਕਿ ਮੈਂ ਫਾਲੋ ਅਪ ਲੈ ਰਿਹਾ ਨਿੱਜੀ ਤੌਰ ਦੇ ਉੱਤੇ ਥਾਣਿਆਂ ਦੇ ਵਿੱਚ ਮੈਂ ਜਾ ਰਿਹਾ। ਕੁਝ ਮੁੰਡੇ ਇਦਾਂ ਦੇ ਨੇ ਜਿਹੜੇ ਲਾਪਤਾ ਨੇ, ਹਾਲੇ ਤੱਕ ਪਤਾ ਨਹੀਂ ਹੈ ਕਿ ਉਹ ਹੈ ਕਿੱਥੇ ਆ। ਪੁਲਿਸ ਹਿਰਾਸਤ 'ਚ ਨੇ, ਕੋਈ ਮਾੜੀ ਘਟਨਾ ਵਾਪਰ ਗਈ ਉਹਨਾਂ ਨਾਲ, ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਆਏ ਉਹ ਮੋਰਚੇ ਦੇ ਵਿੱਚ ਨੇ। ਅਸੀਂ ਅੱਜ ਇੱਕ ਕਮੇਟੀ ਬਣਾਈ ਹੈ ਬਕਾਇਦਾ ਸਾਰੀ ਪੜਤਾਲ ਕਰਨ ਦੇ ਲਈ। 1-2 ਦਿਨਾਂ ਦੇ ਵਿੱਚ ਅਸੀਂ ਸਾਰੇ ਦੇ ਸਾਰੇ ਪੜਤਾਲ ਕਰ ਲਾਂਗੇ। ਉਹ ਆਪਾਂ ਅਗਲੀ ਮੀਟਿੰਗ ਦੇ ਵਿੱਚ ਦੱਸ ਦਾਂਗੇ ਕਿ ਉਸ ਤੋਂ ਬਾਅਦ ਫੋਨ ਨੰਬਰ ਜਾਰੀ ਕੀਤਾ, ਫੋਨ ਨੰਬਰ ਅਸੀਂ ਜਾਰੀ ਕੀਤੇ ਆ, ਆਈਡੀਆ ਬਣਾਈ ਹੈ, ਉਹ ਹੀ ਅਸੀਂ ਸਾਰੀ ਘਰ ਤੱਕ ਜਾਊਗੀ ਤਾਂ ਕਿ ਸਾਡੇ ਤੱਕ ਉਹਨਾਂ ਦਾ ਸੰਪਰਕ ਹੋ ਸਕੇ। ਠੀਕ ਹੈ। ਪ੍ਰਪੋਜ਼ਲ ਦੇ ਉੱਪਰ ਜਦੋਂ ਲਾਸਟ ਮੀਟਿੰਗ ਹੋਈ ਹੈ ਕੇਂਦਰ ਦੇ ਨਾਲ ਤੇ ਪ੍ਰਪੋਜ਼ਲ ਦੇ ਉੱਪਰ ਸਾਡੇ ਸਿਸਟਮ ਹੈ ਕਿ ਤੁਸੀਂ ਜਦੋਂ ਮਰਜ਼ੀ ਸਾਡੇ ਨਾਲ ਸੰਪਰਕ ਕਰ ਲਿਓ, ਅਸੀਂ ਮੀਟਿੰਗ ਕਰ ਲਾਂਗੇ। ਰਾਤ ਨੂੰ ਪ੍ਰਧਾਨ ਮੰਤਰੀ ਦਾ ਬਿਆਨ ਆ ਗਿਆ ਕਿ ਤੁਸੀਂ ਕੋਈ ਕਾਲ ਜਾਂ ਕੋਈ ਉਹਨਾਂ ਨੂੰ ਅਪੀਲ ਕਰ ਰਹੇ ਹੋ ਮੀਟਿੰਗ ਕੀਤੀ ਜਾਵੇ ਜਲਦੀ। ਦੇਖੋ, ਜਿਹੜੀ ਪ੍ਰਪੋਜ਼ਲ ਲੈ ਕੇ ਆਇਆ ਸੀਗਾ ਉਹਦੇ ਤੋਮਰ ਖੇਤੀਬਾੜੀ ਮੰਤਰੀ, ਉਹ ਅਸੀਂ ਠੁਕਰਾ ਦਿੱਤੀ ਸੀ। ਇਸ ਕਰਕੇ ਠੁਕਰਾਈ ਸੀ ਕਿ ਜਿਵੇਂ ਕਿਸੇ ਬੰਦੇ ਨੂੰ ਫਾਂਸੀ ਲੱਗ ਜਾਂਦੀ ਹੈ ਨਾ, ਤਾਂ ਕੁਝ ਅਪੀਲਾਂ ਪੈ ਜਾਂਦੀਆਂ, ਪਟੀਸ਼ਨਾਂ ਪੈ ਜਾਂਦੀਆਂ, ਉਹ ਪਿੱਛੇ ਪੈ ਜਾਂਦੀ ਹੈ, ਸਾਲ ਪੈ ਗਈ, 2 ਸਾਲ ਪੈ ਗਈ। ਉਹਦਾ ਮਤਲਬ ਇਹ ਹੁੰਦਾ ਹੈ ਕਿ ਫਾਂਸੀ ਤੇ ਤਾਂ ਜ਼ਰੂਰ ਲਟਕਾਵਾਂਗੇ ਪਰ 2 ਸਾਲਾਂ ਨੂੰ ਲਟਕਾ ਦਿਆਂਗੇ। ਅਸੀਂ ਇਹਨੂੰ ਪ੍ਰਪੋਜ਼ਲ ਨੂੰ ਨਾਲੇ ਨੂੰ ਇਸ ਢੰਗ ਨਾਲ ਦੇਖਦੇ ਹਾਂ ਕਿ ਅਸੀਂ ਫਾਂਸੀ ਤਾਂ ਜ਼ਰੂਰ ਲਾਉਣਾ ਹੈ, 3 ਨੂੰ ਲਾਗੂ ਤਾਂ ਕਰਨੇ ਆ ਪਰ 1.5 ਸਾਲ ਨੂੰ ਕਰ ਦਿਆਂਗੇ। ਇਸ ਕਰਕੇ ਅਸੀਂ ਉਹਨੂੰ ਰੱਦ ਕੀਤਾ। ਉਸ ਤੋਂ ਬਾਅਦ ਉਸੇ ਦਿਨ ਤੋਮਰ ਜੀ ਨੇ ਇਹ ਵੀ ਗੱਲ ਕਹਿਤੀ ਸੀ ਕਿ ਅੱਜ ਤੋਂ ਬਾਅਦ ਤੁਹਾਡੇ ਨਾਲ ਮੀਟਿੰਗ ਨਹੀਂ ਹੋਊਗੀ, ਜੇ ਤੁਹਾਨੂੰ ਲੋੜ ਹੋਈ ਤਾਂ ਮੈਨੂੰ ਬੁਲਾ ਲਿਓ, ਮੈਂ 26 ਜਨਵਰੀ ਵੀ ਛੱਡ ਕੇ ਆ ਜਾਊਂਗਾ, ਤੁਸੀਂ ਆਪਣੀ 26 ਜਨਵਰੀ ਮਨਾਓ, ਅਸੀਂ ਆਪ ਦੀ ਮਨਾਵਾਂਗੇ। ਉਹਨੇ ਸਾਨੂੰ ਹਿੰਟ ਦਿੱਤਾ ਸੀ ਕਿ ਅਸੀਂ ਆਹ ਕਰਤੂਤਾਂ ਕਰਵਾਵਾਂਗੇ। ਸੋ ਜੇ ਅਜਿਹੀ ਪ੍ਰਪੋਜ਼ਲ ਫੇਰ ਆਉਂਦੀ ਹੈ ਤਾਂ ਅਸੀਂ ਜ਼ਰੂਰ ਬੈਠ ਕੇ ਉਹਦੇ ਤੇ ਵਿਚਾਰ ਕਰਾਂਗੇ। ਜਾਣਾ ਜਾਂ ਨਾ ਜਾਣਾ ਜਦੋਂ ਸੱਦਾ ਆਊਗਾ ਫਿਰ ਉਦੋਂ ਦੇਖਾਂਗੇ ਅਸੀਂ ਉਹ ਤੇ ਫੈਸਲਾ। ਪ੍ਰਧਾਨ ਮੰਤਰੀ ਨੇ ਸਾਫ਼ ਕਿਹਾ ਕਿ ਇੱਕ ਫੋਨ ਕਾਲ ਦੀ ਦੂਰੀ ਤੇ ਆ ਮੈਂ ਉਹਨਾਂ ਤੋਂ, ਤੁਸੀਂ ਫੋਨ ਕਰ ਰਹੇ ਹੋ ਉਹਨਾਂ ਨੂੰ? ਸਵਾਲ ਦਾ ਮਤਲਬ ਨਹੀਂ, ਬਿਲਕੁਲ ਅਸੀਂ ਕੋਈ ਕਿਸੇ ਨਾਲ ਤਾਲਮੇਲ ਨਹੀਂ ਕਰ ਰਹੇ। ਜਦੋਂ ਸਾਨੂੰ ਉਹਨਾਂ ਨੇ ਕਹਿਤਾ ਕਿ ਹੁਣ ਬੰਦ ਹੈ ਮੀਟਿੰਗਾਂ, ਉਹਦੇ ਤੋਂ ਅਸੀਂ ਚੁੱਪ ਹਾਂ। ਰਾਤ ਪ੍ਰਧਾਨ ਮੰਤਰੀ ਸਾਹਿਬ ਨੇ ਕਹਿ ਦਿੱਤਾ ਕਿ ਤੁਸੀਂ ਦੱਸੋ ਕਿ ਕਿਹੜੀ ਮੀਟਿੰਗ ਕਰਨੀ ਹੈ, ਕਦੋਂ ਕਰਨੀ ਹੈ, ਫਿਰ ਉਸ ਤੋਂ ਬਾਅਦ ਕੀ ਗੱਲ ਰਹੇਗੀ? ਸੁਹਾਵਣਾ ਮਾਹੌਲ ਬਣਾਉਣਾ, ਅੰਦੋਲਨ ਖਤਮ ਹੀ ਨਹੀਂ ਕਰਨਾ ਚਾਹੁੰਦੇ ਤੁਸੀਂ? ਦੇਖੋ, ਅੰਦੋਲਨ ਖਤਮ ਕਰਨਾ ਚਾਹੁੰਦੇ ਆ, 3 ਕਾਨੂੰਨ ਨੂੰ ਰੱਦ ਕਰ ਦੇਣਾ, MSP ਬਣਾ ਦੇਣਾ, ਅਸੀਂ ਦੂਜੇ ਦਿਨ ਕਰ ਦਿਆਂਗੇ।
ਅਸੀਂ ਜ਼ਰੂਰ ਸੜਕਾਂ ਤੇ ਰੋਲਣਾ। ਇੱਥੇ ਬੈਠੇ ਆ, ਘਰ-ਬਾਰ ਛੱਡੀ 3 ਮਹੀਨੇ ਹੋ ਗਏ ਸਾਨੂੰ। ਕੋਈ ਸਾਡੇ ਕੋਲੇ ਅਜੇ ਤੱਕ ਕੋਈ ਮੈਸੇਜ ਕਿਸੇ ਨੁਮਾਇੰਦੇ ਕੋਲੇ ਨਹੀਂ ਆਇਆ, ਨਾ ਪ੍ਰਧਾਨ ਮੰਤਰੀ ਦਾ, ਨਾ ਖੇਤੀ ਮੰਤਰੀ ਦਾ। ਪਹਿਲਾਂ ਇਹ ਜਿਹੜਾ ਖੇਤੀਬਾੜੀ ਐਗਰੀਕਲਚਰ ਸੈਕਟਰੀ ਹੈ ਉਹਦਾ ਆਉਂਦਾ ਹੁੰਦਾ ਹੈ, ਕਿਸੇ ਦਾ ਕੋਈ ਨਹੀਂ ਆਇਆ ਸਰ। ਅਸੀਂ ਪਹਿਲ ਨਹੀਂ ਕਰਾਂਗੇ। ਅਸੀਂ ਜਦ ਤੱਕ ਆ ਮਾਹੌਲ ਨਹੀਂ ਠੀਕ ਹੁੰਦਾ ਕੋਈ ਪਹਿਲ ਕਦਮੀ ਨਹੀਂ ਕਰਾਂਗੇ। ਗੁਰਜੀਤ ਜੀ, ਦੂਜੀ ਜਿਹੜੀ ਸਟੇਜ ਲੱਗੀ ਆ ਉਹਦੀ ਪੂਰੀ ਤਰ੍ਹਾਂ ਘੇਰੇਬੰਦੀ ਹੋ ਰਹੀ ਆ, ਆਖਰੀ ਰਾਹ ਰਹਿ ਗਿਆ ਉਹ ਵੀ ਅੱਜ ਡੱਕਣ ਦੀ ਕੋਸ਼ਿਸ਼ ਕੀਤੀ। ਲੱਗਦਾ ਕਿ ਰਾਤ ਤੱਕ ਉਹ ਵੀ ਇਹਨਾਂ ਨੇ ਡੱਕ ਲੈਣਾ। ਕੀ ਉਹਨਾਂ ਦੀ ਮਦਦ ਕੀਤੀ ਜਾਊਗੀ ਤੁਹਾਡੇ ਵੱਲੋਂ, ਜਾਂ ਫਿਰ ਇੱਥੇ ਵੀ ਉਹ ਮਨਮੁਟਾਵ ਲਗਾਤਾਰ ਜਾਰੀ ਰਹੇਗਾ? ਕਿਉਂਕਿ ਜੋ ਸਟੇਜ ਚੱਕੀ ਗਈ ਉਹਦਾ ਸਿੱਧਾ ਅਸਰ ਇਸ ਸਟੇਜ ਤੇ ਪੈਣਾ ਜਿਹੜੀ ਇੱਧਰ ਲੱਗੀ ਹੋਈ। ਦੇਖੋ, ਜਿਹੜੇ ਉਹ ਸਟੇਜ ਵਾਲੇ ਜੇ ਨੁਮਾਇੰਦਿਆਂ ਨੇ ਉਹਨਾਂ ਨੇ ਗਲਤੀ ਕੀਤੀ ਹੈ ਤਾਂ ਲੋਕ ਉੱਥੇ ਸਾਡੇ ਬੈਠੇ ਆ, ਸਾਡੀਆਂ ਮਾਵਾਂ ਭੈਣਾਂ ਬੈਠੀਆਂ। ਅਸੀਂ ਸਮਝਾਂ ਕਿ ਕਿਸੇ ਵੀ ਸਟੇਜ ਤੇ ਮਤਲਬ ਹਮਲਾ ਹੁੰਦਾ ਤਾਂ ਸਾਡੇ ਅੰਦੋਲਨ ਤੇ ਹਮਲਾ ਹੁੰਦਾ, ਅਸੀਂ ਇੱਕਮੁੱਠ ਹੋ ਕੇ ਉਹਦਾ ਜਵਾਬ ਦੇਵਾਂਗੇ। ਕੀ ਕਰੋਗੇ? ਇੱਕ ਮਿੰਟ ਤਾਂ ਬਾਅਦ ਦੀ ਗੱਲ ਆ ਜੀ। ਇਸ ਟਾਈਮ ਵੀ ਉੱਥੇ, ਕਿਉਂਕਿ ਜੋ ਪਰਸੋਂ ਹੋਇਆ ਉਧਰ ਸਟੇਜ ਤੋਂ ਇੱਥੋਂ ਇਹ ਕਿਹਾ ਵੀ ਉਹ ਸਾਡੇ ਬੰਦੇ ਨਹੀਂ ਗਏ, ਉਹ ਗਦਾਰ ਆ। ਆਪਾਂ ਉੱਥੇ ਵੀਡੀਓ ਵਾਇਰਲ ਹੋਈਆਂ, ਤੁਹਾਨੂੰ ਪਤਾ, ਤੁਹਾਡੀ ਗਰੁੱਪ ਦਾ ਵੀ ਤੁਹਾਨੂੰ ਫੋਨ ਕਾਲ ਆ ਗਏ ਹੋਣੇ ਆ। ਤਾਂ ਅੱਜ ਤੁਸੀਂ ਕੀ ਕਰ ਰਹੇ ਹੋ? ਰਾਤ ਨੂੰ ਉੱਥੇ ਹਮਲਾ ਹੋ ਜਾਂਦਾ, ਕੀ ਤੁਸੀਂ ਉੱਥੇ ਬੰਦੇ ਭੇਜ ਰਹੇ ਹੋ, ਵਲੰਟੀਅਰ ਭੇਜ ਰਹੇ ਹੋ, ਕੀ ਕਰ ਰਹੇ ਹੋ? ਦੇਖੋ, ਅਸੀਂ ਨਾ ਤਾਂ ਕਿਸੇ ਦਾ ਨਾਂ ਲਿਆ, ਨਾ ਕਿਸੇ ਨੂੰ ਗਦਾਰ ਕਿਹਾ। ਇਹ ਕਿੱਥੋਂ ਖਬਰ ਲੱਗੀ ਹੈ? ਅਸੀਂ ਤਾਂ ਇਹਦੀ ਪੜਤਾਲ ਕਰ ਰਹੇ ਹਾਂ ਕਿ ਬਿਆਨ ਕਿਹਨੇ ਦਿੱਤਾ। ਪੜਤਾਲ ਹੋਊਗੀ, ਪੜਤਾਲ ਕਰਾਂਗੇ ਅਸੀਂ, ਜੇ ਕੋਈ ਅਜਿਹਾ ਕੁਝ ਹੋਇਆ ਪੜਤਾਲ ਕਰਾਂਗੇ। ਕਿਵੇਂ ਦੇ ਰਹੇ ਹੋ ਜੇ ਅੱਜ ਰਾਤ ਨੂੰ ਵੀ ਘਟਨਾ ਵਾਪਰਦੀ ਹੈ? ਦੇਖੋ, ਲੋਕਾਂ ਦਾ ਸਾਥ ਦੇਵਾਂਗੇ ਅਸੀਂ। ਨੁਮਾਇੰਦੇ ਗਲਤ ਹੋ ਸਕਦੇ ਆ, ਦੀਪ ਸਿੱਧੂ ਦੇ ਨਾਲ ਵੀ ਨੌਜਵਾਨ ਬਹੁਤ ਹੋ ਸਕਦੇ ਆ, ਉਹ ਵੀ ਸਾਡੇ ਆ, ਸਾਡੇ ਬੱਚੇ ਆ। ਅਗਰ ਜੇ ਕੋਈ ਐਵੇਂ ਮਤਲਬ ਧੋਖਾ ਕਰ ਜਾਂਦਾ ਲੋਕਾਂ ਨਾਲ, ਉਹਨੂੰ ਨਹੀਂ ਨੇੜੇ ਲੱਗਣ ਦਿੰਦੇ। ਬੈਰੀਕੇਡਿੰਗ ਹੈ ਜਿਹੜੀ ਉੱਥੇ ਕੀਤੀ ਗਈ ਹੈਗੀ, ਤੇ ਇਹ ਤੋਂ ਵਲੰਟੀਅਰ ਵੀ ਜਿਹੜੇ ਲੋਕ ਉੱਧਰ ਜਾ ਰਹੇ ਨੇ ਉਹਨਾਂ ਨੂੰ ਰੋਕ ਰਹੇ ਨੇ, ਉਹਨਾਂ ਬਾਰੇ ਕੀ ਕਹੋਗੇ? ਵਲੰਟੀਅਰ ਇੱਧਰਲੇ ਸੰਯੁਕਤ ਮੋਰਚੇ ਦੇ ਵਲੰਟੀਅਰ ਨੇ। ਦੇਖੋ, ਮੈਂ ਪਹਿਲਾਂ ਹੀ ਕਹਿ ਚੁੱਕਿਆ ਕਿ ਅਸੀਂ ਇੱਕਮੁੱਠ ਹਾਂ। ਅਸੀਂ ਢੰਗ ਤਰੀਕਾ ਕੀ ਅਪਣਾਉਣਾ ਅਸੀਂ ਦੇਖਾਂਗੇ। ਅਗਰ ਜਿੱਡੀ ਵੱਡੀ ਗਿਣਤੀ 'ਚ ਅਸੀਂ ਲੋਕਾਂ ਨੂੰ ਲਈ ਬੈਠੇ ਹਾਂ ਭਰੇ ਪੀਤਿਆਂ ਨੂੰ ਗੁੱਸੇ ਨਾਲ, ਅਗਰ ਅਸੀਂ ਇਸ ਢੰਗ ਨਾਲ ਜਾਂਦੇ ਹਾਂ ਤਾਂ ਮਾਹੌਲ ਹੋਰ ਖਰਾਬ ਹੋਊਗਾ। ਸਾਡੀ ਆਪ ਦੀ ਮਿਹਨਤਬੰਦੀ ਹੈ, ਪਰ ਸਾਨੂੰ ਉਮੀਦ ਹੈ ਕਿ ਇਸ ਤੋਂ ਬਾਅਦ ਹਮਲਾ ਨਹੀਂ ਹੋਊਗਾ। ਗੁਰਜੀਤ ਜੀ, ਪੰਧੇਰ ਨੇ ਕਿਹਾ ਕਿ ਜੇ ਕੋਈ ਰਾਤ ਤੱਕ ਐਕਸ਼ਨ ਹੋ ਜਾਂਦਾ ਵੀ ਅਸੀਂ ਵੀ ਫਿਰ ਪਿੱਛੇ ਨਹੀਂ ਹਟਾਂਗੇ, ਅਸੀਂ ਵੀ ਬੈਰੀਕੇਡ ਪੱਟਾਂਗੇ। ਉਹਨਾਂ ਨੇ ਸਾਫ਼ ਤੌਰ ਤੇ ਕਹਿਤਾ ਕਿ ਉਹਨਾਂ ਨੂੰ ਨਜ਼ਰ ਆ ਰਿਹਾ ਕਿ ਪੂਰੀ ਤਰ੍ਹਾਂ ਉਹਨਾਂ ਨੇ ਕਬਜ਼ਾ ਕਰ ਲਿਆ ਨੇ ਉਸ ਪਾਸੇ। ਉਹਨਾਂ ਨੇ ਕਿਹਾ ਵੀ ਅਸੀਂ ਬੈਰੀਕੇਡ ਪੱਟਾਂਗੇ, ਸਾਡੇ ਤੇ ਕੋਈ ਕਰ। ਦੇਖੋ, ਪੰਧੇਰ ਨੇ ਤਾਂ ਇਹ ਐਲਾਨ ਕੀਤਾ ਸੀ ਕਿ ਅਸੀਂ ਲਾਲ ਕਿਲ੍ਹੇ ਤੇ ਝੰਡਾ ਚੜਾਵਾਂਗੇ, ਅਸੀਂ ਤਾਂ ਕਰਿਆ ਨਹੀਂ। ਜੇ ਅੱਜ ਪੰਧੇਰ ਇਹ ਐਲਾਨ ਕਰਦਾ ਕਿ ਅਸੀਂ ਬੈਰੀਕੇਡ ਪੁੱਟਾਂਗੇ ਤਾਂ ਪੰਧੇਰ ਜ਼ਿੰਮੇਵਾਰ, ਅਸੀਂ ਥੋੜ੍ਹਾ ਜ਼ਿੰਮੇਵਾਰ ਹਾਂ। ਸਵਾਲ ਉਹਨੂੰ ਕਰੋ ਜਾ ਕੇ। ਰੋਡ ਤੇ ਜਾਣ ਦੀ ਗੱਲ ਕੀਤੀ ਸੀ, ਉਹ ਕਹਿੰਦੇ ਲਾਲ ਕਿਲੇ ਜਾਣ ਦੀ ਗੱਲ ਨਹੀਂ ਸੀ। ਦੇਖੋ, ਨਾ ਲਾਲ ਕਿਲ੍ਹੇ ਤੇ ਜਾਣ ਦੀ ਗੱਲ ਕੀਤੀ ਹੈ, ਨਾ ਰਿੰਗ ਰੋਡ ਤੇ ਜਾਣ ਦੀ ਕੀਤੀ ਹੈ। ਸਾਡੀ ਪ੍ਰਪੋਜ਼ਲ ਸੀ ਕਿ ਸਾਨੂੰ ਰਿੰਗ ਰੋਡ ਦਿੱਤੀ ਜਾਵੇ, ਪਰ ਦਿੱਲੀ ਪੁਲਿਸ ਸਹਿਮਤ ਨਹੀਂ ਹੋਈ। ਉਹਨਾਂ ਨੇ ਰਿੰਗ ਰੋਡ ਨੂੰ ਛੱਡ ਕੇ ਬਾਕੀ ਰੋਡ ਸਾਨੂੰ ਤੈਅ ਕਰਤੇ। ਅਸੀਂ ਉਹਨਾਂ ਤੇ ਸਹਿਮਤੀ ਦਿੱਤੀ, ਅਸੀਂ ਉਹਦੇ ਤੇ ਗਏ ਹਾਂ। ਤੇ ਜਿਹੜੇ ਦੂਸਰੇ ਪਾਸੇ ਨੂੰ ਨਿਗਾਹ ਕੇ ਲਗਾਏ ਆ, ਉਹਦੇ ਵਿੱਚ ਪੁਲਿਸ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ। ਜਾਣਾ ਸੀ ਇਸ ਰਸਤੇ ਸੀ, ਪੁਲਿਸ ਇਸ ਰਸਤੇ ਦੇ ਉੱਤੇ ਖੜੀ ਸੀ, ਖੜਨਾ ਉਹਨੂੰ ਦੂਜੇ ਪਾਸੇ ਚਾਹੀਦਾ ਸੀ। ਇੱਕ ਤੁਸੀਂ ਇਹ ਸਪਸ਼ਟ ਕਰੋ, ਜੇ ਰਾਤ ਨੂੰ ਉਹਨਾਂ ਕੋਈ ਕਾਰਵਾਈ ਹੁੰਦੀ ਹੈ, ਤੁਸੀਂ ਕਿਹਾ ਵੀ ਸਾਥ ਦੇਵਾਂਗੇ, ਕਿਸ ਤਰ੍ਹਾਂ ਸਾਥ ਦਿਓਗੇ? ਇੱਧਰ ਰਹਿ ਕੇ ਜਾਂ ਉੱਧਰ ਜਾ ਕੇ? ਕਿਉਂਕਿ ਨਾ ਉਹ ਬੰਦੇ ਥੋੜੇ ਆ, ਉਦੋਂ 10 ਗੁਣਾ ਵੱਧ ਪੁਲਿਸ ਹੈ ਉੱਥੇ। ਅੱਜ ਸਾਡੀਆਂ ਬੀਬੀਆਂ ਜਿੱਦਾਂ ਪਰਸੋਂ ਉਹਨਾਂ ਦੇ ਨਹਾਉਣ ਵਾਲੀ ਜਗ੍ਹਾ ਤੇ, ਬੈਠਣ ਵਾਲੀ ਜਗ੍ਹਾ ਤੇ, ਜਿੱਦਾਂ ਇਹ ਵੀ ਮੀਡੀਆ ਨੇ ਦੱਸਿਆ ਵੀ ਕੋਈ ਨਿਰਭਇਆ ਕਾਂਡ ਕਰਨ ਦੀ ਤਿਆਰੀ ਸੀ। ਮਸਟੰਡੇ ਜਿਹੜੇ ਆ ਉਹ ਤੇਲ ਦੀਆਂ ਬੋਤਲਾਂ ਲੈ ਕੇ ਉਹਨਾਂ ਦੇ ਟੈਂਟਾਂ 'ਚ ਵੜ ਕੇ, ਤੁਸੀਂ ਕਿਵੇਂ ਸਾਥ ਦਿਓਗੇ ਜੇ ਰਾਤ ਨੂੰ ਲੋੜ ਪੈ ਜਾਂਦੀ? ਅਸੀਂ ਇਹ ਸਰਕਾਰ ਤੱਕ ਅੱਜ ਗੱਲ ਪਹੁੰਚਾ ਦਿੱਤੀ ਹੈ, ਕਿਸੇ ਢੰਗ ਨਾਲ ਪਹੁੰਚਾਈ ਹੈ ਕਿ ਜੇ ਤੁਸੀਂ ਆਉਂ ਹਮਲਾ ਕਰੋਗੇ ਤਾਂ ਅਸੀਂ ਇਹਨੂੰ ਬਰਦਾਸ਼ਤ ਨਹੀਂ ਕਰਾਂਗੇ। ਮਤਲਬ ਤੁਸੀਂ ਜਾ ਕੇ ਉਹਨਾਂ ਦਾ ਸਾਥ ਨਹੀਂ ਦਿਓਗੇ? ਜਾਂ ਸਾਡੇ ਵਲੰਟੀਅਰ ਤਿਆਰ ਹੈ। ਮੈਂ ਪਹਿਲਾਂ ਹੀ ਕਹਿ ਚੁੱਕਿਆ ਹਾਂ ਕਿ ਸਾਡਾ ਆਪਦਾ ਢੰਗ ਤਰੀਕਾ ਹੈ ਕਿ ਅਸੀਂ ਕਿਵੇਂ ਸਾਥ ਦੇਈਏ। ਇੱਕ ਜੀ, ਜਿਹੜੇ ਵਿਚਾਲੇ ਬੈਰੀਕੇਡਸ ਨੇ ਉਹਨਾਂ ਨੂੰ ਪਾਸੇ ਕਰਾਉਣ ਦੀ ਕੋਈ ਗੱਲ ਚੱਲ ਰਹੀ ਹੈ ਕਿ ਦੋਨੇ ਸਟੇਜਾਂ ਇੱਕ ਹੋ ਜਾਣ? ਪੰਧੇਰ ਸਾਹਿਬ ਇਹ ਕਹਿ ਰਹੇ ਆ ਵੀ ਤਾਲਮੇਲ ਰੱਖਿਆ ਜਾਵੇ, ਸਟੇਜਾਂ ਚਾਹੇ ਦੋ ਹੀ ਰਹਿਣ, ਜਿਹੜੇ ਵਿਚਾਲੇ ਬੈਰੀਕੇਡ ਤੇ ਟੋਏ ਪੱਟੇ ਜਾ ਰਹੇ ਆ ਉਹਨਾਂ ਨੂੰ ਹਟਾਇਆ ਜਾਵੇ ਤੇ ਬੈਰੀਕੇਡ ਪਿੱਛੇ ਲੈ ਕੇ ਜਾਵੇ, ਜਿਹੜੀ ਦਿੱਲੀ ਸਰਕਾਰ ਤੱਕ ਗੱਲ ਗਈ। ਦੇਖੋ, ਇਹ ਸਰਕਾਰ ਦਾ ਕੰਮ ਆ, ਉਹਨਾਂ ਨੇ ਬੈਰੀਕੇਡ ਕਿੱਥੇ ਲਾਉਣਾ ਕਿੱਥੇ ਨਹੀਂ ਲਾਉਣਾ, ਠੀਕ ਹੈ। ਅਸੀਂ ਉਹ ਸਟੇਜ ਚੱਕੀ ਜਾਵੇ ਤੇ ਹੱਕ 'ਚ ਨਹੀਂ ਹਾਂ, ਬਿਲਕੁਲ। ਇਹ ਅੰਦੋਲਨ ਦੇ ਮਤਲਬ ਨਾ ਪੱਖੀ ਹੋਊਗਾ ਉਹ ਸਟੇਜ ਚੱਕੀ ਜਾਂਦੀ ਹੈ। ਇਹ ਚੀਜ਼ ਹੈ, ਇਸ ਵੇਲੇ ਟਕੈਤ ਸਾਹਿਬ ਦੇ ਹੰਝੂਆਂ ਨੇ ਦੁਬਾਰਾ ਉਸ ਨੂੰ ਪੂਰੇ ਅੰਦੋਲਨ ਨੂੰ ਲੀਹ ਤੇ ਲਿਆਂਦਾ, ਪਰ ਨਾਲ ਨਾਲ ਇਹ ਵੀ ਗੱਲਾਂ ਚੱਲ ਗਈਆਂ ਕਿ ਉਹਨਾਂ ਦੀ ਸਟੇਜ ਜਿਹੜੀ ਉੱਥੇ ਲੱਗੀ ਹੋਈ ਹੈ, ਉੱਥੇ ਸਿਆਸੀ ਆਗੂਆਂ ਦਾ ਆਉਣਾ ਲਗਾਤਾਰ ਜਾਰੀ ਹੈ। ਉੱਥੇ ਸੁਖਬੀਰ ਬਾਦਲ ਵੀ ਚੁੱਕੇ ਨੇ, ਪੰਜਾਬ ਦੇ ਕਾਂਗਰਸ ਦੇ ਆਗੂ ਆ ਚੁੱਕੇ ਨੇ। ਅੱਜ ਸੁਖਬੀਰ ਬਾਦਲ ਦੀ ਖਬਰ ਆਈ ਹੈ ਕਿ ਸੁਖਬੀਰ ਬਾਦਲ ਵੀ ਉੱਥੇ ਜਾ ਕੇ ਆਏ। ਸੰਯੁਕਤ ਮੋਰਚਾ ਜਿਹੜਾ ਹੈਗਾ ਉਹ ਸਿੱਧੇ ਤੌਰ ਤੇ ਸਿਆਸੀ ਆਗੂਆਂ ਨੂੰ ਨਹੀਂ ਸ਼ਾਮਿਲ ਕਰ ਰਿਹਾ, ਤੇ ਉਹਨਾਂ ਦੀ ਸਟੇਜ ਤੇ ਜਿਹੜਾ ਲਗਾਤਾਰ ਹੁਣ ਸਿਆਸੀ ਆਗੂਆਂ ਦਾ ਆਉਣਾ ਸ਼ੁਰੂ ਹੋ ਗਿਆ, ਇਹ ਤੋਂ ਸਵਾਲ ਬੜੇ ਉੱਠਣੇ ਸ਼ੁਰੂ ਹੋ ਗਏ। ਉਹਨਾਂ ਨੂੰ ਕਿਵੇਂ ਦੇਖਦੇ ਹੋ? ਦੇਖੋ, ਜੇ ਤਾਂ ਸਟੇਜ ਤੇ ਆ ਕੇ ਕੋਈ ਪੋਲੀਟੀਕਲ ਨੁਮਾਇੰਦਾ ਬੋਲਦਾ, ਉਹਨੂੰ ਅਸੀਂ ਠੀਕ ਨਹੀਂ ਸਮਝਦੇ। ਉਹ ਸਾਡੇ ਫੈਸਲੇ ਦੀ ਉਲੰਘਣਾ ਹੋਊਗੀ। ਪਹਿਲਾਂ ਵੀ ਜੇ ਕੋਈ ਉਲੰਘਣਾ ਕਰਦਾ ਤਾਂ ਅਸੀਂ ਉਹਦੇ ਤੇ ਕਾਰਵਾਈ ਕਰਦੇ ਹਾਂ। ਇਹ ਸੰਯੁਕਤ ਮੋਰਚੇ ਦਾ ਕੋਈ ਫੈਸਲਾ ਨਹੀਂ ਹੈ। ਹਾਂ, ਆ ਕੇ ਕੋਈ ਲੋਕਾਂ ਦੇ ਪਿੱਛੇ ਬਹਿ ਜਾਂਦਾ, ਇਹ ਬਹਿ ਸਕਦਾ, ਉਹਦਾ ਅਧਿਕਾਰ ਹੈ ਇੰਨਾ। ਮਤਲਬ ਭਜਾਉਣ ਦਾ ਸੋਚ ਮੋਰਚੇ ਦਾ ਫੈਸਲਾ ਨਹੀਂ ਸੀ।
ਦੇਖੋ ਕਈ ਆਪਾ ਧਾਪੀ ਹੋ ਜਾਂਦੀ ਆ। ਸਾਡਾ ਇਹ ਕੋਈ ਫੈਸਲਾ ਨਹੀਂ ਕਿ ਜੇ ਲੀਡਰ ਆ ਗਿਆ ਤਾਂ ਉਹਨੂੰ ਭਜਾਉਣਾ। ਬੈਠੇ ਲੋਕਾਂ ਦੇ ਮਗਰ ਆ ਕੇ ਬੈਠੇ, ਸਟੇਜ ਤੇ ਨਹੀਂ ਬੈਠੋਗੇ, ਪਰ ਇਹ ਉਹਨਾਂ ਨੂੰ ਮਨਜ਼ੂਰ ਨਹੀਂ ਹੈ। ਅਗਲੇ ਕੋਈ ਪ੍ਰੋਗਰਾਮ ਜੀ? ਮੈਂ ਪਹਿਲਾਂ ਵੀ ਪਿਛਲੀ ਪ੍ਰੈਸ ਕਾਨਫਰੰਸ ਵੀ ਪੁੱਛਿਆ ਸੀ ਕਿ ਬਜਟ ਸੈਸ਼ਨ ਖਤਮ ਹੋਣ ਤੋਂ ਪਹਿਲਾਂ ਕੋਈ ਪ੍ਰੋਗਰਾਮ ਦਿੱਤਾ ਜਾਏਗਾ ਤਾਂ ਕਿ ਸਿਆਸੀ ਜਮਾਤ ਦੀ ਘੇਰਾਬੰਦੀ ਹੋ ਸਕੇ। ਕੋਈ ਇਦਾਂ ਦਾ ਪ੍ਰੋਗਰਾਮ? ਬਜਟ ਸੈਸ਼ਨ ਬੜੀ ਜਲਦੀ ਖਤਮ ਕਰਨ ਲੱਗੇ ਆ। ਬਿਲਕੁਲ, ਅਸੀਂ ਪਹਿਲਾਂ ਹੀ ਕਹਿ ਚੁੱਕੇ ਹਾਂ ਕਿ ਅਸੀਂ ਪੰਜਾਬ ਦੀਆਂ ਜਥੇਬੰਦੀਆਂ ਵੱਲੋਂ ਤੈਅ ਕਰ ਲਿਆ, ਬਜਟ ਸੈਸ਼ਨ ਦੇ ਨਾਲ ਸੰਬੰਧਿਤ ਹੋਊਗਾ। ਜਿਹੜੀਆਂ ਵਧੀਕੀਆਂ ਹੋਣਗੀਆਂ ਉਹ ਹੋਣਗੀਆਂ, ਤਿੰਨੇ ਕਾਨੂੰਨ ਰੱਦ ਹੋਣ ਉਹ ਹੋਣਗੇ। ਇੱਕ ਵੱਡਾ ਭਾਰਤ ਪੱਧਰ ਦਾ ਅਸੀਂ ਪਲਾਨ ਕਰ ਲਿਆ ਪ੍ਰੋਗਰਾਮ, ਪਰ ਅਸੀਂ ਉਹਦਾ ਐਲਾਨ ਨਹੀਂ ਕਰ ਸਕਦੇ। ਐਲਾਨ ਸੰਯੁਕਤ ਮੋਰਚਾ ਕਰੂਗਾ। ਕੱਲ੍ਹ ਨੂੰ ਮੀਟਿੰਗ ਹੋਈ, ਕੱਲ੍ਹ ਨੂੰ ਐਲਾਨ ਹੋਊ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।